ਵਾਹਿਗੁਰੂ ਸਾਹਿਬ ਜੀ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਤਾਂਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਨ। ਮੂਰਤ ਪੰਚ ਪਰਮਾਣ ਪੁਰਖ, ਗੁਰ ਅਰਜਨ ਭਿਖੋ ਨੈਨ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਧਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਧਾਰਿਆ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਵਡਭਾਗੀ ਜਨੋ, ਆਪ ਸਭ ਸੰਗਤਾਂ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਨ ਸਾਡੇ ਉੱਪਰ। ਆਪ ਜੀਆਂ ਨੇ ਭੈ ਭਾਵਨੀ ਦੇ ਨਾਲ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸੇਵਾ ਕੀਤੀ ਹੈ। ਸਤਿਗੁਰੂ ਸੇਵਾਵਾਂ ਥਾਏ ਪਾਉਣ, ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਕਿਉਂਕਿ ਦਾਸ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦਾ ਹੈ ਤੇ ਹਰ ਸਾਲ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੰਗਤ ਇੰਨੀ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ ਕਿ ਮੇਰੇ ਅੱਜ ਅੱਖਾਂ ਉਸ ਬੈਰਾਗ ਨਾਲ ਭਰੀਆਂ ਹੋਈਆਂ। ਹਰ ਗਲੀ ਹਰ ਮੁਹੱਲੇ ਵਿੱਚ ਗੁਰੂ ਕੀਆਂ ਪਿਆਰੀਆਂ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਜੀਵਨ, ਉਪਦੇਸ਼, ਤਿਆਗ, ਪ੍ਰੇਮ ਨੂੰ ਸੁਰਤ ਵਿੱਚ ਰੱਖ ਕੇ ਭਿੱਜੀਆਂ ਅੱਖਾਂ ਨਾਲ ਉੱਥੇ ਕਹਿੰਦੀਆਂ ਨੇ, ਧੰਨ ਗੁਰੂ ਰਾਮਦਾਸ ਜੀ। ਆਪ ਸਭ ਸੰਗਤ 5 ਵਾਰੀ ਸਾਰੇ ਪਿਆਰ ਨਾਲ ਕਹੋ। ਧੰਨ ਕਹਿਣ ਦੇ ਪਿੱਛੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਘਾਲਣਾ ਹੈ, ਉਹਨਾਂ ਦੀ ਸੇਵਾ ਹੈ, ਉਹਨਾਂ ਦੀ ਕਿਰਪਾ ਹੈ। ਮੈਂ ਪੁਰਾਤਨ ਗੁਰਸਿੱਖਾਂ ਨੂੰ ਸੁਣਦਾ ਤੇ ਉਹ ਕਹਿੰਦੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਵੱਡਾ ਸ਼ਾਹੂਕਾਰ ਵੀ ਆਪਣੀ ਦੁਕਾਨ ਖੋਲ੍ਹਦਾ ਸੀ, ਇੱਥੋਂ ਤੱਕ ਇੱਕ ਮੰਗਣ ਵਾਲਾ ਵੀ ਮੰਗਤਾ ਬਣ ਕੇ ਨਿਕਲਦਾ ਸੀ, ਉਹਦੀ ਰਸਨਾ ਤੇ ਹੁੰਦਾ ਸੀ ਧੰਨ ਗੁਰੂ ਰਾਮਦਾਸ। ਸਾਰੇ ਬੋਲਿਓ ਜੀ, ਧੰਨ ਗੁਰੂ ਰਾਮਦਾਸ 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 ਜੀ। ਪਿਆਰ ਨਾਲ ਫਤਿਹ ਬੁਲਾਓ ਜੀ, ਗੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਸਵਾਲ ਆਉਂਦਾ ਵੀ ਕਿਉਂ ਜੀ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਰੀਏ। ਬਾਬਾ ਸੱਤੇ ਬਲਵੰਡ ਦੀ ਆਪ ਜੀ ਨੇ ਮੰਗਲਾਚਰਨ ਦੇ ਰੂਪ 'ਚ ਤੁਕ ਸੁਣੀ ਹੈ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਤੇ ਭੱਟ ਜੀ ਨੇ ਵੀ ਕਿਹਾ, ਸੋਈ ਰਾਮਦਾਸ ਗੁਰ, ਬਲ ਭਣ। ਭੱਟ ਜੀ ਦਾ ਨਾਮ ਬਲ ਹੈ। ਭਣ ਦਾ ਮਤਲਬ ਕਹਿ ਰਿਹਾ ਸੋਈ ਰਾਮਦਾਸ ਗੁਰ, ਬਲ ਭਣ। ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਸੰਗਤ ਚੂਨਾ ਮੰਡੀ ਲਾਹੌਰ ਦੇ ਵਿੱਚ ਹੋਇਆ। 1534 ਦੇ ਵਿੱਚ ਆਪ ਜੀ ਦਾ ਪ੍ਰਕਾਸ਼ ਹੁੰਦਾ। ਚੂਨਾ ਭਾਵ ਸੀ ਜਿਹੜੇ ਹੀਰਿਆਂ ਦੀਆਂ ਨਿੱਕੀਆਂ ਨਿੱਕੀਆਂ ਕਣੀਆਂ। ਚੂਨੇ ਦਾ ਭਾਵ ਆਟਾ ਨਹੀਂ ਜਾਂ ਦੂਸਰਾ ਕਲੀ ਨਹੀਂ ਹੈ। ਇਸ ਮਹੱਲੇ ਵਿੱਚ ਹੀਰਿਆਂ ਦਾ ਵਪਾਰ ਹੁੰਦਾ ਸੀ ਤੇ ਜਦੋਂ ਹੀਰਿਆਂ ਨੂੰ ਤਰਾਸ਼ਦੇ ਨੇ ਨਾ, ਜਿਹੜਾ ਉਹਦਾ ਚੂਰਾ ਬਚਦਾ ਸੀ ਉਹਨੂੰ ਚੂਨਾ ਕਹਿੰਦੇ ਨੇ। ਪਰਿਵਾਰ ਅਮੀਰ ਸੀ, ਸੋਢੀਆਂ ਦਾ ਖਾਨਦਾਨ ਲਾਹੌਰ ਦੇ ਵਿੱਚ ਮੰਨਿਆ ਹੋਇਆ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਹਨਾਂ ਦਾ ਨਾਮ ਭਾਈ ਜੇਠਾ ਜੀ ਰੱਖਿਆ ਜਾਂਦਾ ਹੈ।
ਬਾਬਾ ਹਰਦਾਸ ਜੀ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ਮਾਨ ਹੁੰਦੇ ਨੇ। ਜਦੋਂ 1534 ਦੀ ਗੱਲ ਕਰੀਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸਮੇਂ ਕਰਤਾਰਪੁਰ ਸਾਹਿਬ 'ਚ ਬੈਠੇ ਹੋਏ ਨੇ। ਉਸ ਸੰਨ ਦੀ ਗੱਲ ਕਰੀਏ, 3 ਗੁਰੂ ਸਾਹਿਬ ਤੇ ਚੌਥੇ ਗੁਰੂ ਰਾਮਦਾਸ ਜੀ ਉਸ ਸਮੇਂ ਇੱਕੋ ਸਮੇਂ ਸੰਸਾਰ ਵਿੱਚ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਤਾਰਪੁਰ ਵਿਖੇ ਖੇਤੀ ਕਰ ਰਹੇ ਨੇ ਤੇ ਸਾਨੂੰ ਉਪਦੇਸ਼ ਕਰ ਰਹੇ ਨੇ, ਮੈਂ ਬਾਹਰ ਦੀ ਖੇਤੀ ਕਰਦਾ, ਇੱਕ ਅੰਦਰ ਦੀ ਖੇਤੀ ਵੀ ਕਰਨੀ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸਾ ਕਰ ਭਾਗਟ ਦੇਖ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ। ਉਸ ਸਮੇਂ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ 'ਚ ਗੁਰੂ ਸਾਹਿਬ ਦੀ ਸੰਗਤ ਵਿੱਚ ਆ ਚੁੱਕੇ ਨੇ। ਇਹ ਉਹ ਸਮਾਂ ਸੀ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਦੇ ਰੂਪ ਵਿੱਚ ਅਜੇ ਤੀਰਥਾਂ ਦੇ ਚੱਕਰ ਕੱਟਦੇ ਪਏ ਨੇ, ਅਜੇ ਦੇਵੀਆਂ ਦੀ ਪੂਜਾ ਕਰਦੇ ਪਏ ਨੇ। ਉਸ ਸਮੇਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਮਾਤਾ ਪਿਤਾ ਬਹੁਤ ਬਚਪਨ ਦੇ ਵਿੱਚ ਚੜ੍ਹਾਈ ਕਰ ਗਏ। ਮਾਤਾ ਜੀ ਪਹਿਲੋਂ ਕਰ ਗਏ 6 ਸਾਲ ਦੀ ਉਮਰ ਵਿੱਚ, ਪਿਤਾ ਜੀ ਚੜ੍ਹਾਈ ਕਰ ਗਏ। ਮੁਸ਼ਕਿਲ ਬਣ ਗਈ। ਕਹਿਣ ਨੂੰ ਤਾਂ ਸਾਡੇ ਖਾਨਦਾਨ ਸ਼ਰੀਕਾ ਬਹੁਤ ਹੁੰਦਾ ਹੈ, ਪਰ ਜਦੋਂ ਮੁਸ਼ਕਿਲ ਬਣ ਜਾਏ ਤੇ ਗੁਰੂ ਸਾਹਿਬ ਕਹਿੰਦੇ ਨੇ ਮੁਸ਼ਕਿਲ ਦੀ ਘੜੀ ਵਿੱਚ ਕੋਈ ਲਾਗੇ ਨਹੀਂ ਆਉਂਦਾ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਇਸ ਭਾਈ ਜੇਠੇ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਜੇ ਕਿਸੇ ਦਾ ਦਿਲ ਕੀਤਾ ਤੇ ਘਰੇ ਆਵਾਜ਼ ਮਾਰ ਕੇ ਪ੍ਰਸ਼ਾਦਾ ਛਕਾ ਦਿੱਤਾ, ਨਹੀਂ ਤੇ ਭੁੱਖੇ ਹੀ ਰਹਿ ਗਏ। ਕਿਸੇ ਨੇ ਤਨ ਦਾ ਕੱਪੜਾ ਦੇ ਦਿੱਤਾ, ਜਿਹੜੇ ਹੈ ਨਹੀਂ ਉਹੀ ਪਾ ਲਏ। ਕਿਸੇ ਨੇ ਆਵਾਜ਼ ਮਾਰ ਕੇ ਕਿਹਾ, ਜੇਠਿਆ ਅੱਜ ਸਾਡੇ ਘਰ ਸੌਂ ਜਾ, ਸੌਂ ਗਏ, ਨਹੀਂ ਤੇ ਜਿੱਥੇ ਵੀ ਜਗ੍ਹਾ ਮਿਲੀ ਸੌਂ ਲਿਆ। ਇਹ ਦੁਨਿਆਵੀ ਤੌਰ ਤੇ ਰੁਲਦੀ ਅਵਸਥਾ ਸੀ। ਨਾਨੀ ਬਾਸਰ ਕੇ ਨਗਰ ਵਿੱਚ ਰਹਿੰਦੀ ਹੈ। ਦਾਸ ਛੇਹਰਟਾ ਸਾਹਿਬ ਗੁਰਦੁਆਰੇ ਸੇਵਾ ਕੀਤੀ ਹੈ, ਉੱਥੋਂ ਤਕਰੀਬਨ 3-4 ਕਿਲੋਮੀਟਰ ਤੇ ਬਾਸਰ ਕੇ ਨਗਰ ਹੈ। ਇਹ ਬਾਸਰ ਕੇ ਨਗਰ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ ਸੰਗਤ। ਇੱਥੋਂ ਹੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ 'ਚ ਰਹੇ। ਨਾਨੀ ਜੀ ਨੇ ਸੁਣਿਆ ਵੀ ਮੇਰਾ ਦੋਤਾ ਰੁਲਦਾ ਪਿਆ। ਬਜ਼ੁਰਗ ਨਾਨੀ ਲਾਹੌਰ ਗਈ। ਲਾਹੌਰ ਤੋਂ ਆਪਣੇ ਦੋਤੇ ਨੂੰ ਲੈ ਕੇ ਆਪਣੇ ਪਿੰਡ ਆ ਗਈ। ਉਸ ਨਾਨੀ ਨੂੰ ਵੀ ਅੱਜ ਨਮਸਕਾਰ ਕਰਨੀ ਬਣਦੀ ਹੈ ਜਿਸ ਨੇ ਇਸ ਬੱਚੇ ਦੀ ਘਾੜਤ ਘੜੀ ਹੈ। ਇਹ ਦਿਨ ਅੱਜ ਨਾਨੀਆਂ ਵਾਸਤੇ ਵੀ ਹੈ। ਇੱਕ ਅਨਾਥ ਬੱਚੇ ਨੂੰ ਸਿੱਖਿਆ ਦੇ ਕੇ, ਉਪਦੇਸ਼ ਦੇ ਕੇ, ਵਧੀਆ ਘਾੜਤ ਘੜ ਕੇ ਨਾਨੀ ਨੇ ਗੁਰੂ ਦਾ ਸਿੱਖ ਬਣਾਇਆ ਤੇ ਉਹ ਗੁਰੂ ਦਾ ਸਿੱਖ ਅੱਗੇ ਜਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਬਣਦਾ। ਦਾਦੀਆਂ ਨਾਨੀਆਂ, ਹੁਣ ਨਾਨੀ ਬਜ਼ੁਰਗ, ਪੋਤਾ 6 ਸਾਲ, ਦੋਤਾ 6 ਸਾਲ ਦਾ ਲੈ ਕੇ ਆ ਗਈ ਬਾਸਰ ਕੇ। ਨਾਨੀ ਨੇ ਕਿਹਾ ਵੀ ਪੁੱਤ ਗੁਜ਼ਾਰਾ ਕੋਈ ਨਹੀਂ, ਮੰਗਣਾ ਅਸੀਂ ਕਿਸੇ ਕੋਲ ਹੈ ਨਹੀਂ, ਮੈਂ ਇਸ ਤਰ੍ਹਾਂ ਕਰਦੀ ਹਾਂ, ਮੈਂ ਘੁੰਗਣੀਆਂ ਬਣਾ ਦਿੰਦੀ ਹਾਂ। ਨਵੀਂ ਜਨਰੇਸ਼ਨ ਨੂੰ ਘੁੰਗਣੀਆਂ ਦਾ ਨਹੀਂ ਪਤਾ, ਸਾਡੀ ਜਨਰੇਸ਼ਨ ਨੇ ਘੁੰਗਣੀਆਂ ਖਾਧੀਆਂ ਜੇ। ਉਹ ਕਣਕ ਨੂੰ ਉਬਾਲ ਕੇ ਉਹਦੇ ਵਿੱਚ ਗੁੜ ਮਿੱਠਾ ਪਾ ਕੇ, ਘਿਓ ਪਾ ਕੇ ਤੇ ਉਹਨੂੰ ਘੁੰਗਣੀਆਂ ਬਣਾਈਆਂ ਜਾਂਦੀਆਂ। ਨਾਨੀ ਇਹ ਥਾਲ ਤਿਆਰ ਕਰਕੇ ਦਿੰਦੀ ਤੇ ਉਹ ਬੱਚਾ ਬਾਸਰ ਕੇ ਪਿੰਡ ਦੇ ਛੱਪੜ ਕੰਢੇ ਬਹਿ ਕੇ ਵੇਚ ਦਿੰਦਾ। ਸਿੱਖੀ ਦਾ ਪਹਿਲਾ ਉਪਦੇਸ਼ ਕਮਾਉਣਾ ਸ਼ੁਰੂ ਹੋ ਗਿਆ, ਕਿਰਤ ਕਰਨੀ। ਜਿਸ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਬਣਨਾ, ਉਹਦੇ ਵਾਸਤੇ ਕਿਰਤ ਦਾ ਨਿਯਮ ਜ਼ਰੂਰੀ ਹੈ, ਉਹ ਕੋਈ ਵੀ ਹੋਵੇ। ਸਾਖੀ ਆਉਂਦੀ ਹੈ, ਇੱਕ ਦਿਨ ਆਪ ਜੀ ਘੁੰਗਣੀਆਂ ਵੇਚ ਰਹੇ ਸਨ ਭਾਈ ਜੇਠਾ ਜੀ, ਤਾਂ ਇੱਕ ਕੋਈ ਰਾਹਗੀਰ ਆ ਗਿਆ, ਭੁੱਖ ਲੱਗੀ ਹੋਈ ਸੀ। ਕਹਿੰਦਾ ਵੀ ਬੇਟਾ ਕੁਝ ਖਾਣ ਨੂੰ ਦੇ ਦੇਂਗਾ? ਕਹਿੰਦਾ ਖਾ ਲਾ। ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ। ਕਹਿੰਦਾ ਉੱਦਾਂ ਹੀ ਖਾ ਲਾ। ਹੁਣ ਬੱਚਾ ਸੀ, ਥੋੜਾ ਜਿਹਾ ਦਿੱਤਾ, 2-4 ਮੁੱਠਾਂ ਭਰ ਕੇ। ਉਹ ਕਹਿਣ ਲੱਗਾ ਮੈਨੂੰ ਤਾਂ ਭੁੱਖ ਜ਼ਿਆਦਾ ਲੱਗੀ ਹੈ। ਭਾਈ ਜੇਠਾ ਜੀ ਨੇ ਸਾਰੀਆਂ ਘੁੰਗਣੀਆਂ ਛਕਾ ਦਿੱਤੀਆਂ। ਘਰ ਆਏ, ਨਾਨੀ ਮਾਂ ਨੇ ਪੁੱਛਿਆ, ਬੇਟਾ ਜੀ ਅੱਜ ਦੀ ਵਟਕ ਕਿੱਥੇ, ਅੱਜ ਦੇ ਪੈਸੇ ਕਿੱਥੇ? ਤੇ ਇਹ ਦੋਤਰਾ ਬੜੇ ਵਜਕ ਚ ਕਹਿ ਰਿਹਾ, ਅੱਜ ਦੀ ਭੇਟਾ, ਅੱਜ ਦੀ ਮਾਇਆ ਉਸ ਪਰਮੇਸ਼ਰ ਦੇ ਨਾਮ ਤੇ, ਅੱਜ ਉਸ ਵਾਹਿਗੁਰੂ ਦੇ ਨਾਂ ਤੇ ਕੱਢ ਕੇ ਆਇਆ। ਗੁਰੂ ਪਿਆਰੀ ਸਾਧ ਸੰਗਤ, ਨਾਨੀ ਦੇ ਹੱਥ ਜੁੜੇ, ਅੱਖਾਂ ਵਿੱਚ ਹੰਝੂ ਆਏ, ਬੈਰਾਗ ਆਇਆ ਤੇ ਹੱਥ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੀ ਹੈ, ਹੇ ਸੱਚੇ ਪਾਤਸ਼ਾਹ ਜੀ, ਹੇ ਵਾਹਿਗੁਰੂ ਜੀ, ਇਸ ਬੱਚੇ ਕੋਲ ਕੁਝ ਵੀ ਨਹੀਂ, ਇਹ ਤਾਂ ਵੀ ਤੁਹਾਡੇ ਨਾਂ ਦਾ ਕੱਢਦਾ, ਤੁਹਾਡੇ ਨਾਂ ਤੇ ਦਿੰਦਾ। ਕਿਰਪਾ ਕਰਿਓ ਇਸ ਬੱਚੇ ਨੂੰ ਇੰਨਾ ਦਿਓ, ਇਹਦੇ ਘਰ ਕਦੀ ਤੋਟ ਨਾ ਆਵੇ।
ਇਹਨੂੰ ਇੰਨਾ ਦਿਓ, ਇਹਦੇ ਘਰ ਕਦੀ ਤੋਟ ਨਾ ਆਵੇ। ਸੰਗਤ, ਜਦੋਂ ਮੈਂ ਇਹ ਇਤਿਹਾਸ ਪੜ੍ਹਿਆ ਨਾ, ਤੇ ਜਦੋਂ ਦਰਬਾਰ ਸਾਹਿਬ ਦਰਸ਼ਨ ਕਰਨ ਗਿਆ, ਜਦੋਂ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰਾਂ ਤੋਂ ਲੰਘਿਆ, ਉੱਥੇ ਲਿਖਿਆ ਹੋਇਆ ਲੰਗਰ ਧੰਨ ਗੁਰੂ ਰਾਮਦਾਸ ਜੀ। ਉਸ ਨਾਨੀ ਦੀ ਅਰਦਾਸ ਦੇਖੋ, ਅੱਜ ਗੁਰੂ ਰਾਮਦਾਸ ਦੇ ਦਰ ਤੋਂ ਲੱਖਾਂ ਲੋਕ ਲੰਗਰ ਛਕ ਕੇ ਜਾਂਦੇ ਨੇ। ਲੰਗਰ ਮੁੱਕਦਾ ਹੀ ਨਹੀਂ ਜੇ, ਲੰਗਰ ਮੁੱਕਦਾ ਹੀ ਨਹੀਂ ਜੇ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਹੋਈ ਹੈ। ਹੁਣ ਦੋ ਨਿਯਮ ਗੁਰੂ ਪਿਆਰੀ ਸਾਧ ਸੰਗਤ, ਇੱਕ ਤਾਂ ਕਿਰਤ ਕਰਦੇ ਨੇ, ਇੱਕ ਵੰਡ ਕੇ ਛਕਦੇ ਨੇ। ਇਹ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਬਚਪਨ 'ਚ ਹੀ ਕਮਾ ਰਹੇ ਨੇ। ਜਿਹੜਾ ਵੰਡ ਕੇ ਛਕਣਾ ਹੈ ਨਾ ਸੰਗਤ, ਉਹ ਜ਼ਰੂਰਤਮੰਦ ਨੂੰ ਹੈ। ਇਹ ਨਹੀਂ ਵੀ ਭਰਿਆਂ ਦੇ ਘਰ ਭਰੀ ਜਾਓ। ਇਹ ਜਿਹਨੂੰ ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ। ਜਦੋਂ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬੈਠੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਨਵਾਂ ਨਗਰ ਗੋਇੰਦਵਾਲ ਸਾਹਿਬ ਵਸਾਉਣ ਦਾ ਹੁਕਮ ਕੀਤਾ ਹੈ। ਜਦੋਂ ਨਵਾਂ ਨਗਰ ਵਸਾਉਣ ਲੱਗੇ ਤੇ ਪਹਿਲੋਂ ਆਪਣੇ ਨਗਰ ਆਏ। ਸੰਗਤ ਨੇ ਆਓ ਭਗਤ ਸਤਿਕਾਰ ਕੀਤਾ, ਮਹਾਰਾਜ ਜੀ ਨੂੰ ਗੁਰਗੱਦੀ ਮਿਲੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਕਿਹਾ ਵੀ ਵੱਡੇ ਸਤਿਗੁਰਾਂ ਦੇ ਹੁਕਮ ਸਦਕਾ ਨਗਰ ਵਸਾਉਣ ਲੱਗਿਆ ਗੋਇੰਦਵਾਲ ਸਾਹਿਬ, ਆਓ ਜਿਨ੍ਹਾਂ ਨੇ ਚੱਲਣਾ ਹੈ ਉਸ ਨਗਰ ਵਿੱਚ ਵਸੋ। ਇਹ ਨਾਨੀ ਨੇ ਆਪਣੇ ਦੋਤੇ ਨੂੰ ਤਿਆਰ ਕਰ ਲਿਆ ਵੀ ਬੇਟਾ ਅਸੀਂ ਇੱਥੇ ਕੀ ਕਰਨਾ, ਕਿਉਂ ਨਾ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਹੀ ਚੱਲੀਏ। ਇਹ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਆ ਗਏ। ਹੁਣ ਅੱਗੋਂ ਸਿੱਖਿਆ ਦੇਖੋ, ਨਿੱਕੀਆਂ ਨਿੱਕੀਆਂ ਸਿੱਖਿਆਵਾਂ ਨੇ, ਨਿੱਕੀਆਂ ਨਿੱਕੀਆਂ ਸਾਖੀਆਂ। ਮੈਂ ਜ਼ਿਆਦਾ ਡੀਪ 'ਚ ਨਹੀਂ ਜਾਣਾ। ਗੱਲ ਤਾਂ ਇਹ ਹੈ ਵੀ ਗੱਲ ਤਾਂ ਟੂਕ ਮਾਤਰ ਹੈ, ਗੱਲ ਸਾਡੀ ਸਮਝ ਆ ਜੇ। ਮੈਂ ਬੇਨਤੀ ਕਰਦਿਆਂ ਸੰਗਤ, ਸਾਡੇ ਬਜ਼ੁਰਗ ਕੋਈ ਬਹੁਤੇ ਪੜ੍ਹੇ ਲਿਖੇ ਨਹੀਂ ਸਨ, ਨਾ ਉਹ ਸਾਡੇ ਜਿੰਨਾ ਵਿਦਿਅਕ ਗਿਆਨ ਰੱਖਦੇ ਸਨ, ਨਾ ਉਹਨਾਂ ਕੋਲ ਸਾਡੇ ਵਰਗਾ ਦੁਨਿਆਵੀ ਗਿਆਨ ਸੀ। ਪਰ ਉਹਨਾਂ ਨੂੰ ਪਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਦਿੱਤਾ ਤੇ ਇਹਨਾਂ ਦਾ ਹੁਕਮ ਮੰਨਣਾ, ਕਿਸੇ ਹੋਰ ਦਾ ਨਹੀਂ ਮੰਨਣਾ। ਬਸ ਇੰਨਾ ਹੀ ਹੈ। ਹੁਣ ਜਦੋਂ ਉੱਥੇ ਆ ਗਏ, ਗੋਇੰਦਵਾਲ ਸਾਹਿਬ ਆਣ ਕੇ ਵੀ ਬਹੁਤ ਵੱਡਾ ਨਗਰ ਵਸਿਆ। ਇੱਥੇ ਨਾਨੀ ਨੇ ਆਣ ਕੇ ਇਸ ਨਗਰ ਵਿੱਚ ਮਾੜਾ ਮੋਟਾ ਕੋਠਾ ਪਾਇਆ ਹੋਣਾ। ਨਾਨੀ ਜੀ ਨੇ ਆਪਣੇ ਦੋਤੇ ਨੂੰ ਇੱਕ ਬਚਨ ਕਿਹਾ, ਬੇਟਾ ਅੱਗੇ ਤਾਂ ਸਿਰਫ ਘੁੰਗਣੀਆਂ ਵੇਚਦਾ ਸੈਂ, ਅੱਗੇ ਤਾਂ ਸਿਰਫ ਵੰਡ ਕੇ ਛਕਦਾ ਸੈਂ। ਅੱਜ ਤੋਂ ਬਾਅਦ ਮੈਂ ਤੈਨੂੰ ਇੱਕ ਹੁਕਮ ਹੀ ਕਰਨ ਲੱਗੀ ਹਾਂ, ਸਲਾਹ ਵੀ ਦੇਣ ਲੱਗੀ ਹਾਂ ਤੇ ਬੇਨਤੀ ਵੀ ਕਰਨ ਲੱਗੀ ਹਾਂ। ਇਸ ਦੋਤੇ ਨੇ ਕਿਹਾ, ਹਾਂ ਨਾਨੀ ਮਾਂ ਤੁਸੀਂ ਕਹੋ, ਹੁਕਮ ਕਰੋ, ਮੈਂ ਮੰਨਾਂਗਾ। ਨਾਨੀ ਕਹਿਣ ਲੱਗੀ, ਪੁੱਤ ਅੱਗੇ ਬਾਸਰ ਕੇ ਸਿਰਫ ਘੁੰਗਣੀਆਂ ਬਣਾਉਂਦੇ ਸਾਂ, ਵੇਚਦੇ ਸਾਂ, ਵਿੱਚੋਂ ਵੰਡ ਲੈਂਦੇ ਸਾਂ। ਅੱਜ ਤੋਂ ਬਾਅਦ ਜਦੋਂ ਤੇਰੀਆਂ ਘੁੰਗਣੀਆਂ ਵਿਕ ਜਾਣ, ਤੇਰਾ ਕਿਰਤ ਖਤਮ ਹੋ ਜਾਏ, ਤੂੰ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਚਲੇ ਜਾਣਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਨੂੰ ਮੰਨਣਾ। ਇਹ ਸਾਡੇ ਵਾਸਤੇ ਵੀ ਹੈ। ਮੈਂ ਸੁਣਿਆ ਅਮਰੀਕਾ ਦੇ ਵਿੱਚ 2 ਗੁਰਦੁਆਰੇ ਨੇ ਸੰਗਤ, ਜਿੱਥੇ ਸੰਗਤ ਸਵੇਰੇ ਅੰਮ੍ਰਿਤ ਵੇਲੇ ਹੁੰਦੀ ਸਾਰੀ, ਉੱਥੋਂ ਪ੍ਰਸ਼ਾਦਾ ਪਾਣੀ ਛਕ ਕੇ ਆਪਣੀ ਕਿਰਤ ਤੇ ਚਲੇ ਜਾਂਦੀ ਹੈ। ਸ਼ਾਮ ਨੂੰ ਕੰਮ ਤੋਂ ਆਉਂਦੇ ਰਹਿਰਾ ਸਾਹਿਬ ਦਾ ਪਾਠ ਕੀਰਤਨ ਕਥਾ ਕੀਤਾ ਤੇ ਘਰਾਂ ਨੂੰ ਚਲੇ ਜਾਂਦੇ ਹੈ। ਸੁਣਿਆ ਮੈਂ ਕਿਸੇ ਗਿਆਨੀ ਸਿੰਘ ਜੀ ਪਾਸੋਂ। ਮਹਾਰਾਜ ਕਿਰਪਾ ਕਰਨ ਸਾਡੇ ਸਾਰੇ ਦੁਨੀਆ ਦੇ ਗੁਰਦੁਆਰੇ ਇਸ ਤਰ੍ਹਾਂ ਦੇ ਹੋ ਜਾਣ, ਸਾਰੇ ਅਸੀਂ ਆਈਏ ਮਹਾਰਾਜ ਕੋਲ। ਹੁਣ ਕੀ ਕੀਤਾ ਇਸ ਬੱਚੇ ਨੇ? ਕਿਰਤ ਕਰਨੀ। ਉੱਥੋਂ ਲੰਘਦੇ ਲਾਹੌਰ ਦੇ ਰਿਸ਼ਤੇਦਾਰ ਆਉਣੇ, ਸੋਢੀ ਜਿਹੜੇ ਹੀਰਿਆਂ ਦਾ ਵਪਾਰ ਕਰਦੇ ਸਨ, ਕਾਰੋਬਾਰੀ ਸਨ। ਉਹਨਾਂ ਨੇ ਦੇਖਣਾ ਵੀ ਆ ਵੇਖੋ ਸਾਡਾ ਸੋਢੀਆਂ ਦਾ ਮੁੰਡਾ ਘੁੰਗਣੀਆਂ ਵੇਚਦਾ ਪਿਆ, ਮੜ ਜੇ ਘਰ 'ਚ ਰਹਿੰਦਾ ਤਾਨੇ ਮੇਣੇ ਵੀ ਦੇ ਜਾਣੇ। ਵੇਖਿਆ ਹੀ ਇੱਥੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਆ ਗਏ, ਬਖਸ਼ਿਸ਼ ਹੋ ਗਈ, ਸੇਵਾ ਮਿਲ ਗਈ, ਟੋਕਰੀ ਦੀ ਸੇਵਾ ਮਿਲ ਗਈ, ਲੰਗਰ ਦੀ ਸੇਵਾ ਮਿਲ ਗਈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਭਾਈ ਦੇਸੇ ਨੂੰ ਪੁੱਛਦੇ ਨੇ ਵੀ ਭਾਈ ਦੇਸਿਆ, ਭਾਈ ਜੇਠਾ ਨਹੀਂ ਦਿਸਦਾ। ਕਹਿੰਦੇ ਮਹਾਰਾਜ ਜੀ ਉਹਨੇ ਦਿਸਣਾ ਕੀ ਹੈ, ਤੁਹਾਡੀਆਂ ਸੰਗਤਾਂ ਆਉਂਦੀਆਂ ਉਹ ਲੰਗਰ ਛਕਾਉਂਦੇ ਨੇ, ਸੰਗਤਾਂ ਲੰਗਰ ਛਕ ਜਾਂਦੀਆਂ ਤੇ ਉਹ ਬਰਤਨਾਂ ਦੀ ਸੇਵਾ ਕਰਦੇ ਨੇ, ਬਰਤਨਾਂ ਦੀ ਸੇਵਾ ਮੁੱਕਦੀ ਹੈ ਤੇ ਸੰਗਤ ਦੇ ਵਾਸਤੇ ਬਿਸਤਰਿਆਂ ਦਾ ਪ੍ਰਬੰਧ ਕਰਦੇ ਨੇ। ਜੇ ਕੋਈ ਬਜ਼ੁਰਗ ਹੋਵੇ ਉਹਦੇ ਲੱਤਾਂ ਪੈਰ ਘੁੱਟਦੇ ਨੇ, ਅੰਮ੍ਰਿਤ ਵੇਲੇ ਉਹਨਾਂ ਦੇ ਜਲ ਦਾ ਪ੍ਰਬੰਧ ਕਰਦੇ ਨੇ ਤੇ ਫਿਰ ਅੰਮ੍ਰਿਤ ਵੇਲੇ ਲੰਗਰ ਦਾ ਪ੍ਰਬੰਧ ਕਰਦੇ ਨੇ ਤੇ ਆਪਣੀ ਕਿਰਤ ਤੇ ਚਲੇ ਜਾਂਦੇ ਨੇ।
महाराज जी कह लगे ਜਿਹੜਾ ਮੇਰੀਆਂ ਸੰਗਤਾਂ ਦਾ ਇੰਨੇ ਪਿਆਰ ਨਾਲ ਸੇਵਾ ਕਰਦਾ ਹੈ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਲੈ ਜਾਏਗਾ। ਹੁਣ ਮੈਂ ਦੁਨਿਆਵੀ ਤੌਰ ਤੇ ਥੋੜੀ ਜਿਹੀ ਬੇਨਤੀ ਸਾਂਝੀ ਕਰਨ ਲੱਗਾ। ਅਸੀਂ ਸਾਰੇ ਪ੍ਰੋਬਲਮਾਂ ਵਿੱਚ ਘਿਰੇ ਹੋਏ ਹਾਂ, ਕੋਈ ਨਾ ਕੋਈ ਹੈ ਮਸਲਾ ਸਾਰਿਆਂ ਦੇ, ਘਰ-ਬਾਰ, ਕਾਰੋਬਾਰ ਦਾ। ਪਰ ਜਦੋਂ ਤੁਸੀਂ ਭਾਈ ਜੇਠਾ ਜੀ ਨੂੰ ਦੇਖੋ ਨਾ ਸੰਗਤ ਜੀ, ਭਾਈ ਜੇਠਾ ਜੀ ਦੇ ਮਾਂ-ਪਿਓ ਨਹੀਂ ਨੇ, ਦੁਨਿਆਵੀ ਤੌਰ ਤੇ ਮੈਂ ਕੰਪੈਰੀਜ਼ਨ ਕਰ ਲੱਗਾ। ਭਾਈ ਜੇਠਾ ਜੀ ਦੇ ਭੈਣ ਭਰਾ ਵੀ ਨਹੀਂ ਨੇ, ਇੱਕ ਬਜ਼ੁਰਗ ਨਾਨੀ ਹੈ, ਘਰ ਵੀ ਕੋਈ ਬਹੁਤਾ ਵੱਡਾ ਨਹੀਂ, ਇੱਕ ਬੈੱਡਰੂਮ ਦਾ ਘਰ ਆ, ਪੈਸੇ ਵੀ ਕੋਲ ਕੋਈ ਨਹੀਂ, ਕਿਰਤ ਵੀ ਨਿੱਕੀ ਜੀ, ਕੋਈ ਦੁਨਿਆਵੀ ਤੌਰ ਤੇ ਵਿਦਿਅਕ ਵੀ ਨਹੀਂ ਹੈਗੀ, ਕੋਈ ਬਿਜ਼ਨਸ ਨਹੀਂ ਹੈਗਾ, ਕੁਝ ਨਹੀਂ ਹੈਗਾ। ਲੋਕੀ ਤਾਨੇ ਵੀ ਮਾਰ ਜਾਂਦੇ ਆ। ਸਾਡੀ ਜ਼ਿੰਦਗੀ 'ਚ ਇੰਨੀਆਂ ਮੁਸ਼ਕਿਲਾਂ ਨਹੀਂ ਨੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਇੱਕ ਚੀਜ਼ ਸਿਖਾਈ, ਜਿਹੜੀ ਸੰਗਤ ਅੱਜ ਅਸੀਂ ਸਿੱਖ ਕੇ ਜਾਣੀ ਹੈ। ਇੱਕ ਵਾਰੀ ਪਿਆਰ ਨਾਲ ਕਿਹੋ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਜਿੱਦਣ ਦੀ ਮੈਂ ਪੜ੍ਹੀ ਸੁਣੀ ਹੈ ਨਾ ਸੰਗਤ, ਮੇਰਾ ਮਨ ਵਿਰਾਗ 'ਚ। ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਵਿੱਚ ਜਾਂਦੇ ਨੇ, ਕਿਰਤ ਕੋਈ ਨਹੀਂ, ਪਰਿਵਾਰ ਕੋਈ ਨਹੀਂ, ਕਾਰੋਬਾਰ ਕੋਈ ਨਹੀਂ, ਦੌਲਤ ਕੋਈ ਨਹੀਂ, ਬਿਜ਼ਨਸ ਕੋਈ ਨਹੀਂ, ਲੋਕ ਤਾਨੇ ਮਾਰਦੇ, ਦੁਨਿਆਵੀ ਤੌਰ ਤੇ ਕੁਝ ਵੀ ਨਹੀਂ, ਇਜ਼ ਲਾਈਕ ਨਥਿੰਗ। ਪਰ ਮਹਾਰਾਜ ਗੁਰੂ ਰਾਮਦਾਸ ਦੇ ਰੂਪ 'ਚ ਸਾਨੂੰ ਦੱਸਦੇ ਨੇ ਕਿ ਮੇਰੇ ਤੇ ਬਖਸ਼ਿਸ਼ਾਂ ਕਿਉਂ ਹੋਈਆਂ। ਜਦੋਂ ਮੈਂ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਜਾਂਦਾ ਸੀ, ਮੈਂ ਇੰਜ ਜਾਂਦਾ ਸੀ, ਤੁਸੀਂ ਵੀ ਜਾਇਓ, ਤੁਹਾਡੇ ਤੇ ਵੀ ਕਿਰਪਾ ਹੋ ਜਾਏਗੀ। ਰੋਜ਼ ਪੜ੍ਹਦੇ ਹਾਂ ਜੀ, ਹਰਿ ਕੇ ਜਨ, ਸਾਰੇ ਪੜ੍ਹਿਓ, ਹਰਿ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ। ਦੇਖੋ ਰੋਜ਼ ਪੜ੍ਹ ਰਹੇ ਆ, ਕਿਤੇ ਮਨ ਟਿਕ ਜਾਵੇ। ਹਰੀ ਦੇ ਸੇਵਕ ਸਤਿਗੁਰੂ ਜੀ, ਸਤਿਪੁਰਸ਼ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਇੱਕ ਬੇਨਤੀ ਲੈ ਕੇ। ਗੁਰੂ ਅਮਰਦਾਸ ਜੀ, ਮੈਂ ਬੇਨਤੀ ਲੈ ਕੇ ਆਇਆ, ਅਰਦਾਸ ਲੈ ਕੇ ਆਇਆ। ਸਾਡੀ ਅਰਦਾਸ ਤੇ ਭਾਈ ਜੇਠਾ ਜੀ ਦੀ ਅਰਦਾਸ ਦਾ ਜਿੱਦਣ ਫਰਕ ਮੁੱਕ ਗਿਆ ਨਾ, ਸਾਡੇ ਤੇ ਵੀ ਬਖਸ਼ਿਸ਼ ਹੋ ਜਾਏਗੀ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ। ਗੁਰੂ ਪਿਆਰੀ ਸਾਧ ਸੰਗਤ, ਭਾਵੇਂ ਹੋਵੇ ਕੋਈ ਉੱਚਾ, ਅਮੀਰ, ਗਰੀਬ, ਕੋਈ ਅਹੁਦੇਦਾਰ, ਕੋਈ ਸੰਗਤ ਵਿੱਚੋਂ, ਕੋਈ ਬਾਹਰ, ਤੁਸੀਂ ਜੋ ਮਰਜ਼ੀ ਹੋ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮੈਂ ਆਪਣੀ ਪਹਿਚਾਣ ਬਣਾਈ। ਮਹਾਰਾਜ ਮੈਂ ਤੇ ਕੀੜਿਆਂ ਤੇ ਕਿਰਮਾਂ ਵਰਗਾ ਆ, ਮੇਰੀ ਇਹ ਪਹਿਚਾਣ। ਇੰਨੀ ਨਿਮਰਤਾ। ਜਦੋਂ ਗੁਰੂ ਜੀ ਕੋਲ ਆਉਣਾ ਨਾ, ਜੋੜਿਆਂ ਦੇ ਨਾਲ ਦੁਨਿਆਵੀ ਪਹਿਚਾਣ ਛੱਡ ਕੇ ਆਉਣੀ, ਇੱਥੇ ਮੰਗਤੇ ਬਣ ਕੇ ਆਵਾਂਗੇ ਤੇ ਮਨ ਦੇ ਬਾਦਸ਼ਾਹ ਬਣ ਕੇ ਜਾਵਾਂਗੇ। ਕਹਿਣ ਲੱਗੇ ਕੌਣ ਹੋ ਭਾਈ? ਗੁਰੂ ਅਮਰਦਾਸ ਜੀ ਪੁੱਛਦੇ, ਕਹਿਣ ਲੱਗੇ ਜੀ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ। ਇਹ ਨਹੀਂ ਕਿਹਾ ਮਹਾਰਾਜ ਦੌਲਤ ਦੇ ਦਿਓ, ਕਾਰੋਬਾਰ ਦੇ ਦਿਓ, ਘਰ-ਬਾਰ ਦੇ ਦਿਓ, ਬੱਚੇ ਦੇ ਦਿਓ, ਆਹ ਦੇ ਦਿਓ। ਕਹਿਣ ਲੱਗੇ ਨਹੀਂ ਮਹਾਰਾਜ ਜੀ, ਇਹ ਤਾਂ ਚੀਜ਼ਾਂ ਦੁਨਿਆਵੀ ਨੇ, ਮੈਂ ਗੁਰੂ ਕੋਲ ਇਸ ਕਰਕੇ ਆਇਆ ਮਹਾਰਾਜ, ਮੇਰੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਏ, ਮੇਰੇ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਟਿਕ ਜਾਵੇ, ਮੇਰੀ ਸੁਰਤ ਪਰਮੇਸ਼ਰ ਦੇ ਚਰਨਾਂ ਵਿੱਚ ਟਿਕ ਜਾਵੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਸ ਦਿਨ ਇਹ ਹੋ ਗਿਆ ਨਾ, ਤੂੰ ਬਾਦਸ਼ਾਹ ਬਣ ਜਾਏਗਾ ਮੇਰੀ ਨਜ਼ਰ ਵਿੱਚ। ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਗੁਰੂ ਕੋਲ ਆਣ ਕੇ ਵਾਹਿਗੁਰੂ ਦੀ ਸਿਫਤ ਸਲਾਹ, ਵਾਹਿਗੁਰੂ ਦਾ ਨਾਮ, ਵਾਹਿਗੁਰੂ ਦੀ ਉਸਤਤ ਮੰਗਣੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਇਹ ਮੰਗੇਗਾ ਨਾ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ। ਸਤਿਗੁਰੂ ਕਹਿਣ ਲੱਗੇ ਇਹ ਮੇਰੇ ਹਿਰਦੇ ਵਿੱਚ ਪ੍ਰਕਾਸ਼ ਕਰ ਦੇ। ਮੰਗਿਆ ਹੀ ਨਹੀਂ ਕੁਝ ਵੀ, ਦੁਨਿਆਵੀ ਤੌਰ ਤੇ ਨਹੀਂ ਮੰਗਿਆ। ਔਰ ਸਾਡੀ ਮੁਸ਼ਕਿਲ ਇਹ ਹੈ ਸੰਗਤ ਕਿ ਅਸੀਂ ਦੁਨੀਆ ਕੋਲੋਂ ਸੁੱਖ ਲੱਭ ਰਹੇ ਹਾਂ, ਮਾਤਾ ਪਿਤਾ ਕੋਲੋਂ, ਭੈਣ ਭਰਾਵਾਂ ਕੋਲੋਂ, ਬੱਚਿਆਂ ਕੋਲੋਂ, ਜੀਵਨ ਸਾਥੀ ਕੋਲੋਂ ਸੁੱਖ ਲੱਭ ਰਹੇ ਹਾਂ, ਤੇ ਗੁਰੂ ਕੋਲੋਂ ਦੁਨਿਆਵੀ ਦਾਤਾਂ ਲੱਭ ਰਹੇ ਹਾਂ। ਮੈਂ ਆਪਣੇ ਕੋਲੋਂ ਕੋਈ ਬਚਨ ਨਹੀਂ ਕਿਹਾ ਸੰਗਤ। ਅਰਦਾਸ ਕਰਕੇ ਜਾਈਏ ਅੱਜ, ਮਹਾਰਾਜ ਗੁਰੂ ਰਾਮਦਾਸ ਜੀ ਸਾਡੇ ਤੇ ਕਿਰਪਾ ਕਰਿਓ। ਜਦੋਂ ਅਸੀਂ ਗੁਰਬਾਣੀ ਪੜ੍ਹੀਏ, ਜਦੋਂ ਅਸੀਂ ਸਿਮਰਨ ਕਰੀਏ, ਜਦੋਂ ਅਸੀਂ ਗੁਰੂ ਘਰ ਆਣ ਕੇ ਸੇਵਾ ਕਰੀਏ, ਮੰਗੀਏ ਤੇ ਇੱਕ ਮੰਗੀਏ, ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ
अरदास पाठ कीरत की, एक अरदास पाठ कीरत की। गुरु रामदास राखो शरनाई, गुरु रामदास राखो शरनाई, गुरु रामदास राखो शरनाई, गुरु रामदास राखो शरनाई। महाराज जी कहते मेरे मीत गुरुदेव मोको राम नाम परगास, गुरमत नाम मेरा प्राण सखाई, हर कीरत हमारी रहरास। इस तरह मंगना सेवा करदियां करदियां बख्शिशां हो गईयां। हुण देखो मैं कुछ दुनियावी रिश्ते नाल लैके चल रहा। गुरु अमरदास महाराज जी ने सानू दसिया बच्चियां दे रिश्ते किवें करने। माता जी कहन लगे भानी जी जवान हो रहे ने ते उन्हां वास्ते लड़का लभीए, योग वर लभीए। गुरु अमरदास महाराज जी गुरु गद्दी ते बैठिया होया दुनियावी जिम्मेवारियां तो नहीं भजदे। अज जिन्ने भजे होए ने ना, गुरमत कहंदी अपदा ते मारिया ग्रह ते नसता, वो साडे ब्रह्म ज्ञानी बन गए। खिमा करना। गुरु अमरदास महाराज जी कहंदे किस तरह दा होवे। माता जी कह लगे ओ जिहड़ा नौजवान महाराज तुहाडी संगत दी सेवा करदा है ना, वो जिहड़ा टोकरी भी ढोंदा, वो जिहदे बोल भी मिठे, जिहदी किरत भी सच्ची, वो गुणां दा भरपूर है। इहो जिहा लड़का होना चाहिए। ते गुरु अमरदास ने बचन किया इहदे वर्गा कोई होर नहीं, इहदे वर्गा इहो ही है। उच्चारण करियो सतनाम, इहदे वर्गा कोई होर नहीं। बुला के गलबात करके अपनी बेटी बीबी भानी जी का आनंद कारज कर दिता। लाहौर तो रिश्तेदार आए, बड़ा माण होया भी सोढियां दा मुंडा गुरु अमरदास महाराज जी का जवाई बन गया। हुण जिहड़े लड़के वाले हुंदे ना, लड़कियां वालियां दे घर जाके बाबर वांगू विहार करदे। किवें करना, बरातां वेखियां तुसीं, बाबर वर्गा। ते भाई जेठा जी ने कमाल कर दी। अज आनंद कारज हो रहा है, सवेरे फिर वो कई ते टोकरी लैके आ गए सेवा विच। रिश्तेदार कहन लगे ओ जेठिया, वो तूं ते साडी नक्क ही वढा दित्ती होए, सहुरिਆਂ ਦੇ घर च टोकरी ढोना, तू तो हुण जवाई बन गया, जवाइयां वांगू रह। ये तुसीं अपने बच्चों नूं दसना, पुत्रां नूं पोतरिਆਂ नूं कि जवाइयां वांगू नहीं पुੱਤ बन के जाना, परिवार सुखी हो जाणगे। वो कह लगे तू साडी नक्क वढा दित्ती। भाई जेठा कह लगा मैनूं नहीं पता तुहाडी गल दा। वो गुरु अमरदास महाराज कोल आ गए। गुरु अमरदास महाराज नूं कह लगे जेठा ते अजे 18 सालां दा महाराज, उहनूं ते पता कोई नहीं, ते तुहाडा वो जवाई है ते तुसीं उहनूं टोकरी चुका दित्ती, तुसीं उहनूं कई चुका दित्ती, तुसीं उहनूं रोको। महाराज महाराज ने भाई जेठे नूं सदा भेजिया। भाई जेठा जी आए, कह लगे सतगुरु इस तो पहलों मैनूं कोई हुक्म करो, मेरी एक बेनती सुन लिया जे। इन्हां नूं नहीं पता मेरा तुहाडा रिश्ता की है, ये दुनियावी लोक ने, इन्हां नूं लगदा मैं तुहाडे घर दा जवाई हां। नहीं महाराज, मैं तुहाडे घर विच हम कीरे किरम, सतगुर शरनाई कर दया नाम प्रगास। मैनू तो वड्डे भागा सदका सेवा मिली है, मैनू तो तुहाडी रहमत सदका सेवा मिली है। ये जो मर्जी कहण, इन्हां दा मेरा रिश्ता कोई नहीं। मेरा जन्म मरण मौत तो बाद दा रिश्ता तुहाडे नाल है। मेरे ते कृपा करियो, मेरे कोले सेवा ना खोयो जे, मेरे कोले सेवा ना खोयो जे। सेवा करदियां करदियां गल चली। भाई साहब जी ने अरदास विच कहा सेवक को सेवा बनियाई। मैं भी सुणाउंदा आया, तुसीं भी सुणदे आए। इहनूं थोड़ा जिहा विस्तार करिए कि गुरु अमरदास महाराज ने सिर्फ कई ते टोकरी की सेवा की होएगी, गुरु रामदास महाराज ने भाई जेठे के रूप कि सिर्फ लंगर की सेवा की होवेगी, कि सिर्फ उन्होंने जल की सेवा की होवेगी। ये तो सेवावां असीं भी करते हैं, फिर साडे ते वो बख्शिश क्यों नहीं हो रही। भाई साहब जी ने पहला बचन कहा सेवक कहो सेवा बन आई। गुरु अर्जन देव महाराज जी ये सेवावां असीं अपनी मर्जी दियां चुनियां। कथा की सेवा, प्रबंध की सेवा, ज्ञानी सिंह की सेवा, लंगर की सेवा,
ਚਾਦਰਾਂ ਦੀ ਸੇਵਾ, ਪ੍ਰਸ਼ਾਦ ਦੀ ਸੇਵਾ, ਇਹ ਅਸੀਂ ਆਪਣੀ ਆਪਣੀ ਭਾਵਨਾ ਨਾਲ ਲਈਆਂ ਨੇ। ਵੱਡੇ ਭਾਗਾਂ ਵਾਲੇ ਬਰਤਨਾਂ ਦੀ ਸੇਵਾ, ਲੋਹ ਲੰਗਰ ਦੀ ਸੇਵਾ। ਹੁਣ ਮਹਾਰਾਜ ਜੀ ਕਹਿੰਦੇ ਇਹ ਤੇ ਸੇਵਾ ਤੂੰ ਕਰ ਲਈ, ਅਸਲੀ ਸੇਵਾ ਕੀ ਹੈ? ਸੇਵਕ ਕਉ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਹੁਕਮ ਸੀ ਇੱਥੋਂ ਜਾ ਕੇ ਤੂੰ ਸ਼ਰਾਬ ਛੱਡ ਦੇਵੇਂ। ਮੈਂ ਗੁਰੂ ਘਰ ਆਇਆ, ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਗੁਰੂ ਦੀ ਸੇਵਾ ਕੀਤੀ ਹੈ, ਮਹਾਰਾਜ ਦਾ ਹੁਕਮ ਮੰਨਿਆ, ਮੈਂ ਅੱਜ ਸ਼ਰਾਬ ਛੱਡ ਦਿੱਤੀ। ਮੈਂ ਅੱਜ ਤੋਂ ਬਾਅਦ ਕੇਸਾਂ ਦੀ ਬੇਦਬੀ ਛੱਡ ਦਿੱਤੀ। ਮੈਂ ਅੱਜ ਤੋਂ ਬਾਅਦ ਕਿਸੇ ਦੂਸਰੇ ਦਾ ਹੱਕ ਖਾਣਾ ਛੱਡ ਦਿੱਤਾ। ਮੈਂ ਅੱਜ ਤੋਂ ਬਾਅਦ ਨਿੰਦਿਆ ਕਰਨੀ ਛੱਡ ਦਿੱਤੀ। ਮੈਂ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਬਾਣੀ ਦਾ ਨਿਤਨੇਮ ਕਰਿਆ ਕਰਾਂਗਾ। ਸੱਚ ਜਾਣਿਓ, ਸੇਵਾ ਸਫਲ ਹੋਣੀ ਸ਼ੁਰੂ ਹੋ ਜਾਏਗੀ। ਉਚਾਰਨ ਕਰਿਓ ਸਤਨਾਮ। ਫਿਰ ਇੱਕ ਵਾਰੀ ਪੜਿਓ, ਸੇਵਕ ਕਉ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਹੁਕਮ ਬੁੱਝ ਕੇ ਗੁਰੂ ਅਮਰਦਾਸ ਜੀ ਦੇ ਹਰ ਹੁਕਮ ਨੂੰ ਭਾਈ ਜੇਠਾ ਜੀ ਮੰਨ ਰਹੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸੰਪੂਰਨ ਸ਼ਬਦ ਵਿੱਚ ਜੇ ਕੋਈ ਢਲਿਆ ਹੈ ਤੇ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੈ। ਹੁਣ ਬਖਸ਼ਿਸ਼ਾਂ ਹੋਈਆਂ, ਕਹਿੰਦੇ ਜੀ ਥੜੇ ਬਣਾਉਣ ਦੀ ਸੇਵਾ ਮਿਲੀ। ਭਾਈ ਰਾਮਾ ਜੀ, ਭਾਈ ਜੇਠਾ ਜੀ ਦੋਵੇਂ ਥੜੇ ਬਣਾ ਰਹੇ ਆ। ਹੁਣ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਥੜੇ ਬਣਾਓ ਤੇ ਢਵਾ ਦਿੱਤੇ। ਕਹਿਣ ਲੱਗੇ ਠੀਕ ਨਹੀਂ ਬਣੇ। ਜਦੋਂ 4-5 ਵਾਰੀ ਬਣੇ ਨਾ, ਭਾਈ ਰਾਮਾ ਜੀ ਨੇ ਕਹਿ ਦਿੱਤਾ, ਮਹਾਰਾਜ ਇਹ ਤੋਂ ਵਧੀਆ ਥੜਾ ਨਹੀਂ ਜੇ ਬਣ ਸਕਦਾ, ਜਿਹਦੇ ਕੋਲ ਮਰਜ਼ੀ ਬਣਾ ਲਓ। ਅਸੀਂ ਵੀ ਗੁਰਦੁਆਰੇ ਕਹਿੰਦੇ ਮੇਰੇ ਤੋਂ ਵਧੀਆ ਕੋਈ ਸੇਵਾ ਨਹੀਂ ਕਰ ਸਕਦਾ, ਮੇਰੇ ਤੋਂ ਵਧੀਆ। ਇਹ ਭਾਈ ਰਾਮਾ ਜੀ ਵਰਗੀ ਬਿਰਤੀ ਹੈ। ਮੈਂ ਇੱਕ ਗੱਲ ਕਹਾਂ, ਨਾਰਾਜ਼ਗੀ ਇੱਕ ਦੂਜੇ ਨਾਲ ਹੁੰਦੀ ਜੇ, ਉਹ ਨਾਰਾਜ਼ਗੀ ਜਿਹੜਾ ਨਜ਼ਰ ਅੰਦਾਜ਼ ਕਰਕੇ ਗੁਰੂ ਦੀ ਸੇਵਾ ਨਹੀਂ ਨਾ ਛੱਡੇਗਾ, ਉਹਦੇ ਤੇ ਕਿਰਪਾ ਹੋਵੇਗੀ। ਇਹ ਨਹੀਂ ਵੀ ਲੜੋ ਆਪੋ ਚ, ਉਹਦੀ ਸੇਵਾ ਗੁਰੂ ਦੀ ਛੱਡ ਜਾਓ। ਹਰ ਜਗ੍ਹਾ ਹੋ ਰਿਹਾ। ਮੇਰੀ ਗੱਲ ਨਹੀਂ ਮੰਨੀ ਗਈ, ਮੈਂ ਗੁਰਦੁਆਰੇ ਨਹੀਂ ਆਉਣਾ, ਮੈਂ ਸੇਵਾ ਨਹੀਂ ਕਰਨੀ। ਆਪਣੀ ਗੱਲ ਨਹੀਂ ਮਨਾਉਣੀ, ਸੰਗਤ ਗੁਰੂ ਦੀ ਗੱਲ ਮੰਨਣੀ ਹੈ। ਜਿਹੜਾ ਮੰਨੇਗਾ ਉਹ ਸਫਲ ਹੈ। ਖੁਸ਼ੀਆਂ, ਬਖਸ਼ਿਸ਼ਾਂ, ਰਹਿਮਤਾਂ ਤੇ ਮੈਂ ਲੈਣੀਆਂ। ਹੁਣ ਕੀ ਹੋਇਆ, ਭਾਈ ਰਾਮਾ ਜੀ ਤੇ ਚਲੇ ਗਏ ਛੱਡ ਕੇ। ਭਾਈ ਜੇਠਾ ਜੀ ਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਮੇਰੀ ਮੱਤ ਥੋੜ੍ਹੀ ਹੈ, ਮੇਰੇ ਕੋਲ ਨਹੀਂ ਬਣ ਸਕਦਾ। ਜੇ ਤੁਸੀਂ ਕਿਰਪਾ ਕਰੋ ਤੇ ਬਣੇਗਾ। ਕਈ ਦਿਨ ਥੜੇ ਬਣਵਾਏ, ਕਈ ਦਿਨ ਢਾਏ। ਇਹਦਾ ਮਤਲਬ ਸੀ ਭਾਈ ਜੇਠੇ ਦੇ ਅੰਦਰੋਂ ਮੈਂ ਮੁੱਕ ਚੁੱਕੀ ਹੈ। ਭਾਈ ਜੇਠੇ ਜੀ ਦੇ ਅੰਦਰੋਂ ਮੈਂ ਖਤਮ ਹੋ ਗਈ। ਜਿਹਦੇ ਅੰਦਰੋਂ ਮੈਂ ਖਤਮ ਹੋ ਗਈ, ਉਹਦੇ ਅੰਦਰ ਗੁਰੂ ਦਾ ਪ੍ਰਕਾਸ਼ ਹੋਵੇਗਾ। ਹੁਣ ਜਦੋਂ ਆਏ ਗੁਰੂ ਅਮਰਦਾਸ ਮਹਾਰਾਜ ਜੀ, ਥੜਾ ਬਣਿਆ ਪਿਆ ਸੀ ਤੇ ਭਾਈ ਜੇਠਾ ਜੀ ਨੇ ਥੋੜੀ ਫੜੀ ਹੋਈ, ਕਹਿਣ ਲੱਗੇ ਮਹਾਰਾਜ ਢਾ ਦਿਆਂ ਤੇ ਨਾਲ ਕਿਰਪਾ ਕਰਿਓ, ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਬਣਾਵਾਂ। ਇਹ ਸਰੀਰ ਗੁਰੂ ਦਾ ਹੈ। ਗੁਰੂ ਨੂੰ ਪੁੱਛਿਓ ਵੀ ਮੈਂ ਇਹਦੇ ਅੰਦਰ ਸ਼ਰਾਬ ਪਾਵਾਂ ਕਿ ਨਾ ਪਾਵਾਂ, ਇਹਦੇ ਅੰਦਰ ਨਸ਼ੇ ਪਾਵਾਂ ਕਿ ਨਾ ਪਾਵਾਂ, ਇਹਦੇ ਅੰਦਰ ਨਿੰਦਿਆ, ਚੋਰੀ, ਯਾਰੀ, ਚਕਾਰੀ ਪਾਵਾਂ ਕਿ ਨਾ ਪਾਵਾਂ। ਜਿੱਦਣ ਗੁਰੂ ਨੂੰ ਪੁੱਛ ਕੇ ਪਾਉਣਾ ਸ਼ੁਰੂ ਕੀਤਾ ਤੇ ਉਦੋਂ ਨਸ਼ੇ ਨਹੀਂ ਪੈਣਗੇ, ਉਦੋਂ ਨਿੰਦਿਆ, ਚੋਰੀ ਨਹੀਂ। ਉਦਣ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ, ਕਰ ਲੈ ਜਿਓ। ਜਿੱਦਣ ਇਸ ਦੇਹੀ ਦੇ ਅੰਦਰ ਗੁਰੂ ਦੇ ਸ਼ਬਦ ਰਾਹੀਂ ਇਹ ਅੰਮ੍ਰਿਤ ਪਿਆ, ਸੱਚ ਜਾਣਿਓ ਇਹ ਦੇਹੀ ਵੀ ਗੁਰਦੁਆਰਾ ਬਣ ਜਾਏਗੀ। ਇਸ ਦੇ ਅੰਦਰ ਗੁਰੂ ਦਾ ਪ੍ਰਕਾਸ਼ ਹੋ ਜਾਏਗਾ। ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ, ਕਹਿਣ ਲੱਗੇ ਨਹੀਂ ਲੋੜ ਨਹੀਂ। ਸੰਗਤਾਂ ਬੁਲਾਈਆਂ, ਅੱਜ ਦਿਨ ਚੜਿਆ ਅਗਲਾ। ਉਸ ਥੜੇ ਦੇ ਉੱਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਬਿਠਾ ਕੇ ਉੱਥੇ ਫਿਰ ਮੱਥਾ ਟੇਕ ਦਿੱਤਾ। ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ, 5 ਪੈਸੇ ਨਾਰੀਅਲ ਮਰਿਆਦਾ ਸੀ ਰੱਖੇ। ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਨੂੰ ਛਤਰ ਸਿੰਘਾਸਨ ਪ੍ਰਿਥਮੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲੀ, ਜਿਨੂੰ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ। ਉੱਥੇ ਬਿਠਾਇਆ। ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਅੱਖਾਂ ਵਿੱਚ ਬੈਰਾਗ ਸੀ, ਨੀਰ ਵਹਿ ਰਿਹਾ ਸੀ। ਸੰਗਤਾਂ ਦੇ ਅੱਖਾਂ ਵਿੱਚ ਬੈਰਾਗ ਸੀ। ਗੁਰੂ ਅਮਰਦਾਸ ਮਹਾਰਾਜ ਜੀ ਪੁੱਛਦੇ, ਬੇਟਾ ਇੰਨਾ ਬੈਰਾਗ ਕਿਉਂ? ਤੇ ਉਹਨਾਂ ਦੀ ਬਾਣੀ ਵਿੱਚ ਜ਼ਿਕਰ ਆਇਆ। ਕਹਿ ਲੱਗੇ ਸਤਿਗੁਰੂ ਤੁਸੀਂ ਤੇ ਛਤਰ ਸਿੰਘਾਸਨ ਪ੍ਰਿਥਵੀ ਦੇ ਦਿੱਤਾ, ਤੁਸੀਂ ਤਾਂ ਸੋਢੀ ਕੁਲ ਦੇ ਤਖਤ ਦੇ ਦਿੱਤਾ, ਤੁਸੀਂ ਤਾਂ ਗੁਰੂ ਨਾਨਕ ਦੀ ਜੋਤ ਦੇ ਵਾਰਿਸ ਬਣਾ ਦਿੱਤਾ। ਮੈਨੂੰ ਚੇਤਾ ਆਇਆ ਮੈਂ ਲਾਹੌਰ ਸ਼ਹਿਰ ਦੀਆਂ ਗਲੀਆਂ 'ਚ ਰੁਲਦਾ ਸੀ। ਮਹਾਰਾਜ ਦੇ ਬਚਨ, ਜਦੋਂ ਕਿਤੇ ਮਨ ਰੁਲੇ, ਜਦੋਂ ਕਿਤੇ ਤਨ ਰੁਲੇ, ਜਦੋਂ ਕਿਤੇ ਕੋਈ ਆਸਰਾ ਨਾ ਮਿਲੇ, ਗੁਰੂ ਰਾਮਦਾਸ ਮਹਾਰਾਜ ਨੂੰ ਹੱਥ ਜੋੜ ਕੇ ਕਿ ਉਹ ਧੰਨ ਗੁਰੂ ਰਾਮਦਾਸ ਜੀ ਤੇ ਗੁਰੂ ਦੀ ਸ਼ਰਨ 'ਚ ਆ ਜਾਓ, ਗੁਰੂ ਸਾਂਭ ਲੈਂਦਾ ਜੇ। ਮਹਾਰਾਜ ਨੇ ਕਿਹਾ ਹਮ ਰੁਲਤੇ ਫਿਰਤੇ
कोई बात ना पूछता, जो हमरी बिद होती मेरे सतगुरा, सा बिद तुम हर जानो आपे। अंदर दी भी बिद दा पता महाराज नूं, ओहदे को किहड़ा लुकिया। हम रुलते फिरते कोई बात ना पूछता। संगत, लाहौर शहर च किसी ने रोटी दिती खा ली, नहीं खाधी, कपड़े दिते पा ले नहीं पा ले, सद के आवाज़ मारी सौंगे नहीं, ते सड़कों ते रुलन वाला वो बच्चा, ਜਦੋਂ उस बच्चे ने अपना आप मिटाया, ਜਦੋਂ उस बच्चे ने गुरु की सेवा नूं अपना जीवन समर्पित कर दिता, ਜਦੋਂ उस बच्चे ने हथ जोड़ के क्या, काम क्रोध नगर बहु भरिया, मिल साधु खंडल खंडा है, पूरब लिखत लिखे गुर पाया, मन हर लिव मंडल मंडा है, कर साधु अंजलि पुन वड्डा है, कर डंडौत पुन वड्डा है। ਉਹਦਾ ऐसा डंडौत होया कि वो गुरु अमरदास महाराज का रूप ही बन गए। हम रुलते फिरते कोई बात ना पूछता, गुर सतगुर संग कीरे हम थापे। साडे कीड़ियां नूं गुरु ने थाप दिता। कह लगे, गुरु रामदास जी कहंदे, भलिओ तुसी भी कहो, धन धन गुरु नानक जन केरा, जित मिलिया चूके सब सोग संतापे। जे अजे भी सोग विच आ संगत, जे अजे भी संताप विच आ, ते समझ लेना अजे असी गुरु की शरण विच नहीं आए। गुरु की शरण च आउण दा भाव है अपनी इच्छा का त्याग। गुरु की शरण च आउण दा भाव महाराज नूं ये नहीं कहना मेरे घर मेरे रिश्तेदार बदल दे, मेरा समाज बदल दे, ओ बदल दे। महाराज नूं कहो, महाराज मेरा अंदर बदल दे, मैनू बदल दिओ, मेरी मनमत तो गुरमत का प्रकाश होवे। गुरु जी कह लगे, फिर होवेगा जरूर जदों तू सिख बनेगा। तो असी तो क्या महाराज, असी तो तेरे सिख हाँ। कह लगे, नहीं, गुर सतगुर का जो सिख अखाए, सो भड़ के उठ हर नाम ध्यावै, उद्यम करे पल के प्रभाती, इशनान करे अमृतसर नावै। अंग्रेज मिलिया दरबार साहब, कहन लगा, तू रोज़ आउना अमृतसर साहब? मैं कहा, नहीं, मैं तो 40 मील ते रहना। कहंदा, फिर आ तुहाडी ते बाणी च लिखिआ अमृतसर नावै। मैं अजे BA 1 च पढ़दा सी, मैनूं चिंता लगी। मैं कहा, वाकई क्या अमृतसर नावै? उत्थे अमृतसर दा भाव नाम दा सरोवर, वाहिगुरू दी सिफतो सलाह दा सरोवर, गुर मंत्र मूल मंत्र दे सरोवर विच। फिर चढ़ै अमृतसर नावै, उपदेश गुरु हर हर जप जापै, सब किल विख पाप दोख लै जावै। फिर चढ़ै दिवस गुरबाणी गावै, बहंदियां उठदियां हर नाम ध्यावै, जो सास गिरास ध्याए मेरा हर हर, सो गुर सिख गुरु मन भावै। जिसनूं दयाल होवै मेरा स्वामी, तिस गुर सिख गुर उपदेश सुनावै। जन नानक धूड़ मंगै, तिस गुर सिख की, जो आप जपै अवरै नाम जपावै। ਇਹ ਸਮਝ ਲਿਓ, जिस दिन ਅੰਮ੍ਰਿਤ ਛਕਣ ਦੀ ਇੱਛਾ ਮਨ 'ਚ ਪੈਦਾ ਹੋਈ, ਗੁਰੂ ਦੀ ਕਿਰਪਾ ਹੋ ਗਈ। ਅੰਮ੍ਰਿਤ ਪਾਣ ਕਰਕੇ ਗੁਰੂ ਨੂੰ ਸਮਰਪਿਤ ਹੋ ਗਏ। ਉਸ ਦਿਨ ਗੁਰੂ ਦਾ ਪ੍ਰਕਾਸ਼ ਜੀਵਨ 'ਚ ਹੋ ਗਿਆ। ਗੁਰਗੱਦੀ ਤੇ ਬੈਠ ਕੇ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ, ਜਾਓ ਤੁਸੀਂ ਹੁਣ ਸ਼੍ਰੀ ਅੰਮ੍ਰਿਤਸਰ ਨਗਰ ਰਾਮਦਾਸਪੁਰ ਵਸਾਓ। ਇਹ ਅਕਬਰ ਕੋਲੋਂ ਜਗ੍ਹਾ ਲੈ ਕੇ ਕੁਝ ਪਿੰਡਾਂ ਦੀ ਜ਼ਮੀਨ ਮਹਾਰਾਜ ਜੀ ਨੇ ਨਗਰ ਵਸਾਇਆ। ਗੁਰੂ ਰਾਮਦਾਸ ਮਹਾਰਾਜ ਨੇ ਇਸ ਨਗਰ ਦੀ ਨੀਂਹ ਰੱਖੀ ਹੈ। ਇਸ ਨਗਰ ਵਿੱਚ ਸਤਿਗੁਰੂ ਜੀ ਨੇ 52 ਕਿੱਤਿਆਂ ਦੇ ਲੋਕ, ਉਹਦੇ ਵਿੱਚ ਸੁਨਿਆਰ ਦਾ ਕੰਮ ਕਰਨ ਵਾਲੇ, ਲੱਕੜ ਦਾ ਕੰਮ ਕਰਨ ਵਾਲੇ, ਲੋਹੇ ਦਾ ਕੰਮ ਕਰਨ ਵਾਲੇ, ਕੱਪੜੇ ਦਾ ਕੰਮ ਕਰਨ ਵਾਲੇ, ਹੀਰਿਆਂ ਦਾ ਕੰਮ ਕਰਨ ਵਾਲੇ, ਅੱਜ ਵੀ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਬਾਜ਼ਾਰ ਨੇ। ਚੂਨਾ ਮੰਡੀ ਹੈ, ਲੱਕੜ ਮੰਡੀ ਹੈ, ਲੋਹਾਰ ਮੰਡੀ ਹੈ। ਉਹ ਸ਼ਹਿਰ ਦੀ ਇੱਕ ਖਾਸੀਅਤ ਹੈ ਸੰਗਤ। ਜਿੰਨੇ ਤੁਸੀਂ ਭਾਰਤ ਦੇ ਪੁਰਾਣੇ ਸ਼ਹਿਰ ਵੇਖ ਲੋਗੇ ਨਾ, ਉੱਥੇ ਅਖੌਤੀ ਨੀਵੀਂ ਜਾਤ ਸਿੱਖੀ ਨਹੀਂ ਮੰਨਦੀ। ਜੇ ਤੁਸੀਂ ਮੰਨਦੇ ਹੋ ਜਾਤ ਪਾਤ ਤਾਂ ਖਿਮਾ ਕਰਨਾ, ਅਜੇ ਸਿੱਖੀ ਨਹੀਂ ਵਧੀ। ਦੁਨੀਆ ਦੇ ਭਾਰਤ ਦੇ ਜਿੰਨੇ ਸ਼ਹਿਰ ਨੇ ਅਖੌਤੀ ਨੀਵੀਂ ਜਾਤੀ ਵਾਲੇ, ਉਹ ਲਹਿੰਦੇ ਵਾਲੇ ਪਾਸੇ ਨੇ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਅਖੌਤੀ ਨੀਵੀਂ ਜਾਤੀ ਵਾਲਿਆਂ ਨੂੰ ਚੜ੍ਹਦੇ ਪਾਸੇ ਵਸਾਇਆ ਗੁਰੂ ਰਾਮਦਾਸ ਮਹਾਰਾਜ ਨੇ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਇੱਥੇ ਹੀ ਫਿਰ ਸਤਿਗੁਰੂ ਜੀ ਨੇ ਗੁਰੂ ਅਮਰਦਾਸ ਦੇ ਹੁਕਮ ਸਦਕਾ ਸਰੋਵਰਾਂ ਦਾ ਨਿਰਮਾਣ, ਗੁਰੂ ਸਾਹਿਬ ਜੀ ਦੇ ਘਰ ਵਿੱਚ ਬਖਸ਼ਿਸ਼ਾਂ ਹੋਈਆਂ 3 ਪੁੱਤਰਾਂ ਦੀਆਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਪੁੱਤਰ ਨੇ, ਬਾਬਾ ਪਿਰਥੀ ਚੰਦ ਜੀ, ਮਹਾਦੇਵ ਜੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਇਹੋ ਹੀ ਕੁੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਚੱਲਦੀ ਹੈ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਮਹਾਰਾਜ ਦੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੋਤਰੇ ਧੰਨ ਗੁਰੂ ਹਰਿ ਸਾਹਿਬ ਜੀ, ਧੰਨ ਗੁਰੂ ਹਰਿ ਸਾਹਿਬ ਜੀ ਦੇ ਸਪੁੱਤਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ
ਗੁਰੂ ਤੇਗ ਬਹਾਦਰ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੁਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਦੇ ਸੁਪੁੱਤਰ ਸਾਰਾ ਖਾਲਸਾ ਪੰਥ। ਉਚਾਰਨ ਕਰਿਓ ਸਤਨਾਮ। ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਹੁਣ ਤਿੰਨਾਂ ਪੁੱਤਰਾਂ ਵਿੱਚੋਂ ਪ੍ਰਵਾਨ ਇੱਕ ਹੀ ਹੁੰਦਾ ਹੈ। ਇਹ ਕਹਿ ਕੇ ਮੈਂ ਸਮਾਪਤੀ ਵੱਲ ਆ ਜਾਣਾ। ਤਿੰਨ ਤਰ੍ਹਾਂ ਦੀਆਂ ਬਿਰਤੀਆਂ ਸਾਡੇ ਸਿੱਖ ਸਮਾਜ ਵਿੱਚ ਨੇ, ਤਿੰਨ ਤਰ੍ਹਾਂ ਦੀਆਂ। ਇੱਕ ਤਾਂ ਮਹਾਦੇਵ ਜੀ ਵਾਂਗੂ ਤਿਆਗੀ ਨੇ, ਉਹਨਾਂ ਨੂੰ ਜਿਹੜਾ ਮਰਜ਼ੀ ਨਾਂ ਦੇ ਦਿਓ ਵੀ ਅਸੀਂ ਘਰ-ਬਾਰ ਨਹੀਂ, ਅਸੀਂ ਕਾਰੋਬਾਰ ਨਹੀਂ ਕਰਨਾ, ਅਸੀਂ ਕਿਰਤ ਨਹੀਂ ਕਰਨੀ, ਅਸੀਂ ਜਿਸ ਤਰ੍ਹਾਂ ਵੀ ਹੈ ਅਸੀਂ ਡਿਟੈਚ ਰਹਿਣਾ ਸੁਸਾਇਟੀ ਨਾਲੋਂ। ਇੱਕ ਦੀ ਜਿਹੜੀ ਬਿਰਤੀ ਬਹੁਤੀ ਪ੍ਰਿਥੀ ਚੰਦ ਵਰਗੀ ਹੈ। ਪ੍ਰਿਥੀ ਚੰਦ ਜੀ ਦੁਨਿਆਵੀ ਪਦਾਰਥਾਂ ਨਾਲ ਹੀ ਦੇਖਦੇ ਨੇ, ਗੁਰੂ ਨੂੰ ਵੀ। ਉਹਨਾਂ ਦੀ ਨਜ਼ਰ ਗੋਲਕ ਤੇ ਹੈ, ਉਹਨਾਂ ਦੀ ਨਜ਼ਰ ਸੰਸਾਰਕ ਪਦਾਰਥਾਂ ਤੇ ਹੈ, ਸੰਸਾਰਕ ਅਹੁਦਿਆਂ ਤੇ ਹੈ। ਬਸ ਉਹਨਾਂ ਦੀ ਸੁਰਤ ਵਿੱਚ ਹਰ ਵੇਲੇ ਸੰਸਾਰ ਹੀ ਚੱਲਦਾ ਰਹਿੰਦਾ ਹੈ, ਸਾਡੇ ਵਾਂਗੂ। ਮਾਇਆ ਮਨੋ ਨਾ ਵੀਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਤੀਸਰੀ ਬਿਰਤੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਵਾਨ ਕਰਦੇ ਹੈ। ਉਹ ਬਿਰਤੀ ਕਿਹੜੀ ਹੈ? ਜੇ ਦੁਨਿਆਵੀ ਤੌਰ ਤੇ ਦੇਖੀਏ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਗਰ ਨੂੰ ਸੰਪੂਰਨ ਕੀਤਾ। 5 ਸਰੋਵਰ ਸ਼੍ਰੀ ਦਰਬਾਰ ਸਾਹਿਬ ਬਣਾਇਆ, ਰਾਮਸਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਪੂਰਨ ਕੀਤੇ। ਉਹ ਨਗਰ ਵਸਾ ਦਿੱਤਾ ਕਿ ਇੱਥੇ ਵੀ ਸਾਨੂੰ ਗੋਰੇ ਆਣ ਕੇ ਕਈ ਵਾਰੀ ਕਹਿੰਦੇ ਆ ਜੀ ਅਸੀਂ ਗੋਲਡਨ ਟੈਂਪਲ ਹੋ ਕੇ ਆਏ। ਮੈਨੂੰ ਜਿੰਨੇ ਮਿਲਦੇ ਆ ਮੈਂ ਉਹਨਾਂ ਨੂੰ ਸਪੈਸ਼ਲੀ ਪੁੱਛਦਾ ਹੁੰਦਾ, ਵਾਟ ਇਜ਼ ਯੂਰ ਐਕਸਪੀਰੀਅੰਸ ਅਬਾਊਟ ਦਰਬਾਰ ਸਾਹਿਬ। ਉਹਨਾਂ ਨੇ ਉਹ ਇੱਕ ਗੱਲ ਮੈਂ ਸਾਰਿਆਂ ਦੇ ਮੂੰਹ ਚੋਂ ਕਾਮਨ ਸੁਣਦਾ, ਦੇ ਸੇਇੰਗ ਆਈ ਵਾਜ਼ ਇਨ ਪੀਸ ਦੇਅਰ, ਆਈ ਵਾਜ਼ ਫੀਲਿੰਗ ਬਲੈਸਡ ਦੇਅਰ। ਉਹ ਨਗਰ ਗੁਰੂ ਅਰਜਨ ਦੇਵ ਮਹਾਰਾਜ ਨੇ ਬਣਾਇਆ। ਦੁਨਿਆਵੀ ਤੌਰ ਤੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੀ ਪਾਲਣਾ ਅਸੀਂ ਕੀਤੀ ਕਿ ਉਹ ਮੀਰੀ ਪੀਰੀ ਦੇ ਮਾਲਕ ਬਣ ਗਏ ਦੁਨਿਆਵੀ। ਪਰ ਅਧਿਆਤਮਿਕ ਤੌਰ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਹਰ ਘੜੀ ਹਰ ਪਲ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ। ਵਾਹਿਗੁਰੂ ਜੀ ਦਾ ਰੂਪ ਭੱਟਾਂ ਨੇ ਜਦੋਂ ਦੇਖਿਆ ਜੀਵਨ, ਉਹ ਕਹਿ ਉਠੇ ਕਿ ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਰਾਮਦਾਸ ਜੀ ਨੂੰ ਪ੍ਰਵਾਨ ਹੈ ਉਹ ਸਿੱਖ ਜਿਹੜਾ ਦੁਨਿਆਵੀ ਤੌਰ ਤੇ ਕਿਰਤ ਕਰਦਾ ਹੋਵੇ, ਵੰਡ ਕੇ ਛਕਦਾ ਹੋਵੇ। ਉਹ ਸਿੱਖ ਪ੍ਰਵਾਨ ਹੈ ਜਿਹੜਾ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਆਪਣੀ ਸੁਰਤ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖੇ। ਦੁਨਿਆਵੀ ਤੌਰ ਤੇ ਉਹ ਜਿੱਡਾ ਮਰਜ਼ੀ ਉੱਚਾ ਹੋਵੇ, ਉਹਦੇ ਮਨ ਦੇ ਵਿੱਚ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਹੋਵੇ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਰਸੋਏ ਗੁਰੂ ਅਰਜਨ ਦੇਵ ਕਹਿਣ ਲੱਗੇ, ਜੇ ਮੇਰੇ ਵਾਂਗੂ ਪ੍ਰਵਾਨ ਪੈਣਾ ਤੇ ਇੱਕ ਕੰਮ ਕਰੀ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਬੋਹਲੋ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਤੇਰੀ ਸੁਰਤ ਹਰ ਵੇਲੇ ਗੁਰੂ ਦੇ ਸ਼ਬਦ ਨੂੰ ਸਮਰਪਿਤ ਹੋਵੇ, ਇਸ ਸੰਸਾਰ ਵਿੱਚ ਰਹਿੰਦਿਆਂ ਜੀਵਨ ਕਰਤਾਰ ਵੱਲ ਹੋਵੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣਾ ਜਿਹੜਾ ਅਗਲਾ ਗੁਰਗੱਦੀ ਵਾਸਤੇ ਗੁਰੂ ਚੁਣਿਆ। ਭੱਟ ਜੀ ਨੇ ਸਾਡੇ ਦੁਨਿਆਵੀ ਮਸਲਿਆਂ ਨੂੰ ਇੱਕ ਸਵਈਏ ਵਿੱਚ ਬਿਆਨ ਕੀਤਾ, ਜਿਹੜੀ ਅਸੀਂ ਤੁਕ ਪੜ੍ਹੀ ਹੈ। ਭੱਟ ਕੀਰਤ ਜੀ, ਮੈਂ ਬੇਨਤੀ ਕਰਾਂ, ਭੱਟ ਕੀਰਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਭੱਟ ਨੇ। 11 ਅਕਤੂਬਰ 1711 ਨੂੰ ਉਹਨਾਂ ਦੀ ਕੁੱਲ ਦੇ 40 ਜਾਣੇ ਸ਼ਹੀਦ ਕੀਤੇ ਫਰਖਸੀਰ ਬਾਦਸ਼ਾਹ ਨੇ। ਸਾਨੂੰ ਪਤਾ ਹੀ ਨਹੀਂ, ਅਸੀਂ ਤਾਂ ਬਸ ਆਪਣੇ ਇਤਿਹਾਸ ਨੂੰ ਜੇ ਅਸੀਂ ਨਹੀਂ ਪੜਾਂਗੇ ਕੌਣ ਪੜੂਗਾ। ਭੱਟ ਕੀਰਤ ਜੀ ਕਹਿਣ ਲੱਗੇ, ਮੈਂ ਇੱਥੇ 2 ਪ੍ਰੋਬਲਮਸ ਲੈ ਕੇ ਆਇਆ ਮਹਾਰਾਜ। ਹੁਣ ਸਾਡੀ ਜਿਹੜੀ ਕਮਿਊਨਿਟੀ ਹੈ ਮੈਂਟਲ ਹੈਲਥ ਨਾਲ, ਐਂਜ਼ਾਈਟੀ ਨਾਲ, ਡਿਪਰੈਸ਼ਨ ਨਾਲ ਜੂਝ ਰਹੀ ਹੈ। ਅਸੀਂ ਗੱਲ ਨਹੀਂ ਕਰਦੇ ਕਿਉਂਕਿ ਲੋਕੀ ਕੀ ਕਹਿਣਗੇ। ਉਹ ਭੱਟ ਜੀ ਆਣ ਕੇ ਗੁਰੂ ਰਾਮਦਾਸ ਮਹਾਰਾਜ ਕੋਲ ਸਾਹਮਣੇ ਰੱਖਦੇ, ਸਾਰੀ ਦੁਨੀਆ ਦੇ ਸਾਹਮਣੇ ਰੱਖਦੇ, ਮਹਾਰਾਜ ਆਈ ਐਮ ਫੇਸਿੰਗ 2 ਪ੍ਰੋਬਲਮਸ ਐਂਡ ਆਈ ਐਮ ਲੁਕਿੰਗ ਫॉर ਸੋਲੂਸ਼ਨ। ਇੱਕ ਹੈ ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ। ਹੁਣ ਜਦੋਂ ਅਸੀਂ ਗੁਰਮੁਖ ਬਣਨਾ ਨਾ, ਪਹਿਲਾ ਕਦਮ ਹੋਣਾ ਵੀ ਸਾਨੂੰ ਦੂਜਿਆਂ ਦੇ ਔਗਣ ਨਹੀਂ, ਆਪਣੇ ਔਗਣ ਦਿਖਣੇ ਸ਼ੁਰੂ ਹੋਣੇ। ਅਸੀਂ we are spending, and I'm not saying spending, we are wasting our time to seeing others mistakes. ਉਹ ਗਲਤ ਕਰ ਰਿਹਾ, ਉਹ ਗਲਤ ਕਰ ਰਿਹਾ, ਉਹ ਗਲਤ ਕਰ ਰਿਹਾ, ਪਰਿਵਾਰ ਦੇ ਸਾਰੇ ਜੀ ਗਲਤ ਕਰ ਰਹੇ ਨੇ। ਪਰ ਜਿਹੜਾ ਗੁਰਮੁਖ ਹੁੰਦਾ ਨਾ, ਪਹਿਲਾਂ ਆਪਣੇ ਅੰਦਰ ਝਾਤ ਮਾਰਦਾ ਤੇ ਉਹਦੇ ਮੂੰਹ ਚੋਂ ਸੁਭਾਵਿਕ ਨਿਕਲੇਗਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਕੋਈ ਗੁਣ ਨਹੀਂ। ਅੰਮ੍ਰਿਤ ਛਾੜ ਬਿਖੈ ਬਿਖਾਈ, ਅੰਮ੍ਰਿਤ ਨੇ ਸ਼ੁਭ ਗੁਣ, ਬਿਖ ਹੈ ਔਗਣ। ਮੈਂ ਗੁਣ ਕੋਈ ਨਹੀਂ ਕਰ ਰਿਹਾ, ਨਿਮਰਤਾ, ਸਤ, ਸੰਤੋਖ, ਦਇਆ, ਧਰਮ, ਪਰਉਪਕਾਰ ਨਹੀਂ ਨੇ।
ਮੇਰੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ ਦਾ ਜ਼ਹਿਰ ਹੈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਖੁੱਲ ਕੇ ਕਹਿੰਦਾ ਮਹਾਰਾਜ, ਮਾਇਆ ਦੇ ਪਿੱਛੇ ਭੱਜ ਰਿਹਾ। ਮੇਰੇ ਮਨ ਦੇ ਵਿੱਚ ਹਰ ਵੇਲੇ ਸੰਸਾਰ ਚੱਲਦਾ ਰਹਿੰਦਾ ਹੈ। ਭਰਮ ਦੇ ਵਿੱਚ ਭੁੱਲੇ ਹੋਏ ਆ ਦਾ ਏਮ ਆਫ ਲਾਈਫ, ਟਿਕ ਕੇ ਨਹੀਂ ਬਹਿੰਦਾ ਮਨ। ਸੁਤ ਦਾਰਾ ਸਿਓ ਪ੍ਰੀਤ ਲਗਾਈ। I want to change my family. I can do anything. ਜਿੰਨੇ ਬਾਬਿਆਂ ਦੇ ਡੇਰੇ ਚੱਲਦੇ ਨੇ ਨਾ, ਇਸੇ ਕਰਕੇ ਚੱਲਦੇ ਆ। ਮਹਾਰਾਜ ਮੇਰੀ ਨੌਂ ਵਸ ਵਿੱਚ ਹੋ ਜੇ, ਮੇਰੀ ਸੱਸ ਵਸ ਵਿੱਚ ਹੋ ਜੇ, ਮੇਰੇ ਬੱਚੇ ਵਸ ਵਿੱਚ ਹੋ ਜਾਣ, ਮੇਰਾ ਪਤੀ ਵਸ ਵਿੱਚ ਹੋ ਜੇ। ਉਹ ਬਾਬੇ ਨੂੰ ਪੁੱਛੋ ਵੀ ਜੇ ਪਤੀ ਵਸ ਵਿੱਚ ਕਰਦਾ ਹੁੰਦਾ ਤੇ ਉਹ ਕਿਉਂ ਨਾ ਵਿਆਹ ਕਰਾਉਂਦਾ? ਨਹੀਂ ਕਰ ਸਕਦੇ। ਉਹ ਕਹਿੰਦੇ ਅਸੀਂ ਇੱਥੇ ਪ੍ਰੀਤ ਲੱਗੀ ਹੋਈ ਹੈ। ਹੁਣ ਇਹ ਹਾਲਾਤਾਂ ਵਿੱਚੋਂ ਜਿੱਥੇ ਸਾਡੀ ਸੁਰਤ ਜਿਹੜੀ ਇੰਨੀ ਜ਼ਿਆਦਾ ਪ੍ਰੋਬਲਮਸ ਦੇ ਵਿੱਚ ਘਿਰੀ ਹੋਈ ਹੈ, ਭੱਟ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਹੱਲ ਲੱਭਿਆ ਇੱਕ। ਉਹ ਕਹਿ ਕੇ ਸਮਾਪਤੀ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਉਚਾਰਨ ਕਰਿਓ ਸਤਨਾਮ। ਉੱਤਮ ਪੰਥ ਕਹਿ ਲਗੇ ਰਸਤਾ ਲੱਭ ਗਿਆ, ਸੋਲਿਊਸ਼ਨ ਲੱਭ ਗਿਆ। ਉਹ ਹੈ ਗੁਰੂ ਦੀ ਸੰਗਤ। ਗੁਰੂ ਦੀ ਸੰਗਤ ਕਰ ਰਹੇ ਆ। ਹੁਣ ਇਹ ਫਿਜ਼ੀਕਲ ਸੰਗਤ ਤੋਂ ਗਾਂ ਫਿਰ ਸੁਰਤ ਦੀ ਸੰਗਤ ਹੈ। ਗੁਰੂ ਜੀ ਦਾ ਉਪਦੇਸ਼ ਸਾਡੇ ਮਨ ਵਿੱਚ ਵਸ ਜਾਵੇ। ਅਸੀਂ ਜਿੱਥੇ ਵੀ ਜਾਈਏ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਗੁਰੂ ਦੀ ਸੰਗਤ ਵਿੱਚ ਸੁਰਤ ਰਹਿਣਾ ਸ਼ੁਰੂ ਕਰ ਦੇਗੀ ਨਾ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਕਹਿਣ ਲੱਗੇ ਮਾਇਆ ਦੇ ਝਮੇਲੇ ਛੱਡ, ਤੇਰੇ ਅੰਦਰੋਂ ਮੌਤ ਦਾ ਡਰ ਵੀ ਮਿਟ ਜਾਏਗਾ। ਤੂੰ ਨਿਰਭਉ ਤੇ ਨਿਰਵੈਰ ਹੋ ਜਾਏਗਾ। ਕਹਿਣ ਲੱਗੇ ਇਸੇ ਕਰਕੇ ਇਹ ਹੱਲ ਲੱਭਿਆ। ਤੇ ਗੁਰੂ ਰਾਮਦਾਸ ਜੀ ਮੈਂ ਤੁਹਾਡੇ ਕੋਲ ਆਇਆ ਦੌਲਤ ਮੰਗਣ ਵਾਸਤੇ ਨਹੀਂ, ਪਰਿਵਾਰ ਨੂੰ ਬਦਲਣ ਵਾਸਤੇ ਨਹੀਂ, ਸਮਾਜ ਨੂੰ ਬਦਲਣ ਵਾਸਤੇ ਨਹੀਂ, ਮੈਂ ਆਪਣੇ ਆਪ ਨੂੰ ਬਦਲਣ ਵਾਸਤੇ ਤੁਹਾਡੀ ਸ਼ਰਨ ਵਿੱਚ ਆਇਆ। ਕਹਿ ਕੇ ਤੇ ਇੱਕ ਵਾਰੀ ਸਮਾਪਤੀ ਕਰੀਏ। ਗੁਰ ਰਾਮਦਾਸ ਰਾਖੋ, ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਟ ਕੀਰਤ ਕੀ, ਇੱਕ ਅਰਦਾਸ ਪਾਟ ਕੀਰਤ ਕੀ। ਅਰਦਾਸ ਪਾਟ ਕੀਰਤ ਕੀ, ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਇੱਕ ਵਾਰ ਫਿਰ ਆਪ ਜੀ ਨੂੰ ਲੱਖ ਲੱਖ ਵਧਾਈਆਂ। ਜਿਹੜਾ ਵੀ ਗੁਰੂ ਦਾ ਬਚਨ ਚੰਗਾ ਲੱਗਾ ਹੋਵੇ, ਅਰਦਾਸ ਕਰੀਏ ਮਹਾਰਾਜ ਸਾਡੇ ਜੀਵਨ ਵਿੱਚ ਆ ਜਾਏ, ਉਸ ਦਿਨ ਹੀ ਜੀਵਨ ਬਦਲ ਜਾਏਗਾ। ਮੈਨੂੰ ਵੀਰ ਜੀ ਹੋਰੀ ਪੁੱਛ ਰਹੇ ਸਨ ਤੁਹਾਡੀ ਭੇਟਾ ਕਿੰਨੀ ਹੈ। ਮੈਂ ਵੀਰ ਜੀ ਨੂੰ ਕਿਹਾ ਮਹਾਰਾਜ ਦੀ ਬੜੀ ਕਿਰਪਾ ਹੈ, ਕਿਰਤ ਵਿਰਤ ਗੁਰੂ ਨੇ ਦਿੱਤੀ ਹੈ। ਇਹ ਜਿਹੜੀ ਸੇਵਾ ਨੇ ਚੈਰਿਟੀ 'ਚ ਜਾਂਦੀ ਹੈ। ਕਈ ਵਾਰੀ ਕੁਝ ਪਰਿਵਾਰਾਂ ਨੂੰ, ਕੁਝ ਸਿੰਘਾਂ ਨੂੰ ਲੋੜ ਹੁੰਦੀ ਹੈ ਤੇ ਉਹ ਚੈਰਿਟੀਆਂ ਨੂੰ ਪੁੱਛੀ, ਉਹਨਾਂ ਦੀਆਂ ਫਾਰਮੈਲਿਟੀਆਂ ਬਹੁਤ ਜ਼ਿਆਦਾ ਨੇ। ਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਪਰਿਵਾਰ ਨਾਲ ਬਹਿ ਕੇ ਸਲਾਹ ਕੀਤੀ ਵੀ ਇਹ ਜਿੰਨੀ ਵੀ ਸੇਵਾ ਆਇਆ ਕਰੇਗੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਜ਼ਰੂਰਤ ਜਿੱਥੇ ਵੀ ਹੈ, ਕੁਝ ਸਟੂਡੈਂਟਸ ਨੂੰ, ਕੁਝ ਇੰਡੀਆ ਕਿਤੇ ਵੀ ਪਤਾ ਲੱਗਦਾ ਇਹ ਸੇਵਾ ਉੱਥੇ ਜਾਂਦੀ ਹੈ। ਸੋ ਆਪ ਸਭ ਦੀ ਅਸੀਸ ਦੀ ਲੋੜ ਹੈ ਕਿ ਜੋ ਬਚਨ ਮੈਂ ਤੁਹਾਡੇ ਨਾਲ ਕੀਤੇ ਨੇ ਮੈਂ ਕਮਾ ਸਕਾਂ। ਇਹ ਭੇਟਾ ਅਸਲੀ ਹੈ ਮੇਰੀ। ਹੋਈਆਂ ਗਲਤੀਆਂ ਦੀ ਖਿਮਾ ਸੰਗਤ, ਫਤਿਹ ਗੱਜ ਕੇ ਬੁਲਾਓ। ਬਹੁਤ ਧੰਨਵਾਦ ਪ੍ਰਬੰਧਕ ਵੀਰਾਂ ਦਾ, ਆਪ ਸਭ ਸੰਗਤਾਂ ਦਾ। ਗੁਰੂ ਰਾਮਦਾਸ ਮਹਾਰਾਜ ਸਾਡੇ ਸਾਰਿਆਂ ਦੇ ਅੰਗ ਸੰਗ ਸਹਾਈ ਹੋਣ। ਫਤਿਹ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।